ਹੈਲੋ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ। ਅੱਜ ਦੇ ਇਸ ਐਪੀਸੋਡ ਦਾ ਆਗਾਜ਼ ਆਪਾਂ ਇੱਕ ਕਹਾਣੀ ਤੋਂ ਕਰਦੇ ਹਾਂ। ਪੁਰਾਣੇ ਸਮਿਆਂ ਦੀ ਗੱਲ ਹੈ, ਇੱਕ ਵਾਰ ਨਾ ਇੱਕ ਰਾਜਾ ਸੀ, ਬਹੁਤ ਵੱਡੀ ਰਿਆਸਤ ਦਾ। ਇੱਕ ਵਾਰ ਨਾ ਉਹ ਕਿਸੇ ਫ਼ਕੀਰ ਕੋਲ ਜਾਂਦਾ ਤੇ ਫ਼ਕੀਰ ਨੂੰ ਜਾ ਕੇ ਪੁੱਛਦਾ ਵੀ ਬਾਬਾ ਜੀ ਜ਼ਿੰਦਗੀ ਦੀ ਵੈਲਿਊ ਕੀ ਹੈ? ਜ਼ਿੰਦਗੀ ਦੀ ਕਦਰ ਕੀ ਹੈ? ਜ਼ਿੰਦਗੀ ਦੀ ਕੀਮਤ ਕੀ ਹੈ? ਫ਼ਕੀਰ ਕਹਿੰਦਾ ਤੁਸੀਂ ਕੀ ਲੈਣਾ ਰਾਜਨ, ਤੁਹਾਡੀ ਜ਼ਿੰਦਗੀ ਵਧੀਆ, ਇੰਨੇ ਵੱਡੇ ਰਿਆਸਤ ਦੇ ਰਾਜੇ ਹੋ, ਇੰਨਾ ਤੁਹਾਡੇ ਕੋਲ ਪੈਸਾ, ਇੰਨੇ ਪੋਜੈਸ਼ਨ ਆ ਤੁਹਾਡੇ ਕੋਲ, ਇੰਨੀ ਮਲਕੀਅਤ ਹੈ, ਤੁਹਾਨੂੰ ਕੀ ਲੋੜ ਜ਼ਿੰਦਗੀ ਦੀ ਕੀਮਤ ਜਾਣਨ ਦੀ? ਰਾਜਾ ਜ਼ਿੱਦ ਕਰਦਾ ਵੀ ਨਹੀਂ ਨਹੀਂ, ਤੁਸੀਂ ਮੈਨੂੰ ਦੱਸੋ। ਤਾਂ ਫ਼ਕੀਰ ਕੀ ਕਰਦਾ ਨਾ, ਫ਼ਕੀਰ ਦੇ ਝੋਲੇ ਦੇ ਵਿੱਚ ਨਾ ਇੱਕ ਬੜਾ ਚਮਕਦਾਰ ਜਿਹਾ ਪੱਥਰ ਹੁੰਦਾ, ਜਿੱਦਾਂ ਆਪਾਂ ਰੂਬੀ ਕਹਿ ਦਈਏ ਨਾ, ਕਿਸੇ ਚੀਜ਼ ਨੂੰ ਰੂਬੀ ਹੀਰਾ ਕਹਿ ਦਈਏ, ਉਹ ਟਾਈਪ ਦੀ ਚੀਜ਼। ਤਾਂ ਉਹ ਪੱਥਰ ਬਾਹਰ ਕੱਢਦਾ ਤੇ ਕਹਿੰਦਾ ਰਾਜਨ, ਆਹ ਲਓ ਆਹ ਪੱਥਰ, ਤੇ ਤੁਸੀਂ ਜਾ ਕੇ ਨਾ ਵੱਖ-ਵੱਖ ਲੋਕਾਂ ਨੂੰ, ਵੱਖ-ਵੱਖ ਖਿੱਤੇ ਦੇ ਲੋਕਾਂ ਨੂੰ ਪੁੱਛੋ ਇਹਦੀ ਕੀਮਤ ਕੀ ਹੈ। ਰਾਜਾ ਹੈਰਾਨ ਹੁੰਦਾ ਵੀ ਮੈਂ ਪਤਾ ਤਾਂ ਜ਼ਿੰਦਗੀ ਬਾਰੇ ਕਰਨ ਆਇਆ ਸੀ, ਤਾਂ ਪਰ ਫ਼ਕੀਰ ਕਹਿ ਰਿਹਾ ਵੀ ਇਸ ਪੱਥਰ ਦੀ ਕੀਮਤ ਪਤਾ ਕਰ। ਚਲੋ ਖੈਰ, ਫ਼ਕੀਰਾਂ ਦੀ ਰਜ਼ਾ, ਰਾਜਾ ਉਹ ਪੱਥਰ ਲੈ ਜਾਂਦਾ ਤੇ ਉਹਨੂੰ ਵੱਖ-ਵੱਖ ਲੋਕਾਂ ਤੋਂ ਉਹਦੀ ਕੀਮਤ ਪੁੱਛਣ ਲੱਗ ਜਾਂਦਾ। ਤਾਂ ਥੋੜ੍ਹੀ ਦੇਰ ਜਾਂਦਾ ਤਾਂ ਇੱਕ ਰੇਹੜੀ ਵਾਲੇ ਕੋਲ ਜਾਂਦੇ ਆ। ਰੇਹੜੀ ਵਾਲਾ ਆਪਣੀ ਰੇਹੜੀ ਤੇ ਫਲ ਫਰੂਟ ਵੇਚ ਰਿਹਾ ਹੁੰਦਾ ਤੇ ਉਸ ਕੋਲ ਜਾ ਕੇ ਉਹ ਪੱਥਰ ਦਿਖਾਉਂਦਾ ਰਾਜਾ, ਕਹਿੰਦਾ ਵੀ ਇਸ ਪੱਥਰ ਦੀ ਕੀਮਤ ਕਿੰਨੀ ਕੁ ਦਏਂਗਾ ਵੀ? ਉਹ ਕਹਿੰਦਾ, ਰੇਹੜੀ ਵਾਲਾ ਕਹਿੰਦਾ ਰਾਜਨ, ਮੈਂ ਇਹਦੇ ਤੁਹਾਨੂੰ ਨਾ 12 ਸੰਤਰੇ ਦੇ ਸਕਦਾ ਤੇ ਤੁਸੀਂ ਮੈਨੂੰ ਇਹ ਪੱਥਰ ਦੇ ਦਿਓ। ਰਾਜਾ ਕਹਿੰਦਾ ਨਹੀਂ ਨਹੀਂ, ਬਸ ਮੈਂ ਕੀਮਤ ਪਤਾ ਕਰਨੀ ਹੈ। ਉਸ ਤੋਂ ਬਾਅਦ ਰਾਜਾ ਸਬਜ਼ੀਆਂ ਵੇਚਣ ਵਾਲੇ ਕੋਲ ਜਾਂਦਾ, ਉਹਨੂੰ ਕਹਿੰਦਾ ਹਾਂ ਵੀ ਆਹ ਪੱਥਰ ਦੀ ਕੀਮਤ ਦੱਸ ਕਿੰਨੀ ਹੈ? ਤਾਂ ਮੂਹਰੋਂ ਸਬਜ਼ੀਆਂ ਵੇਚਣ ਵਾਲਾ ਕਹਿੰਦਾ ਜੀ ਗੱਟਾ ਆਲੂਆਂ ਦਾ ਲੈ ਜਾਓ ਜੀ। ਤੇ ਰਾਜਾ ਕਹਿੰਦਾ ਠੀਕ ਹੈ, ਪਰ ਮੈਂ ਵੇਚਣਾ ਨਹੀਂ। ਤਾਂ ਫਿਰ ਰਾਜਾ ਕਿਸੇ ਗਹਿਣੇ ਵੇਚਣ ਵਾਲਿਆਂ ਦੀ ਦੁਕਾਨ ਕੋਲ ਚਲਾ ਜਾਂਦਾ। ਉਹਨਾਂ ਨੂੰ ਜਾ ਕੇ ਪੁੱਛਦਾ ਵੀ ਹਾਂ ਵੀ ਆਹ ਪੱਥਰ ਦੀ ਕੀਮਤ ਕਿੰਨੀ ਹੈ? ਤਾਂ ਉਹ ਕਹਿੰਦੇ ਰਾਜਨ ਹੋਣੀ 50 ਲੱਖ ਮੋਹਰਾਂ ਤਾਂ ਹੋਣੀ ਹੈ, ਇਹਦੀ ਕੀਮਤੀ ਪੱਥਰ ਲੱਗਦਾ ਹੈ, ਬਹੁਤ ਚਮਕੀਲਾ ਹੈ। ਰਾਜਾ ਕਹਿੰਦਾ ਠੀਕ ਹੈ। ਤਾਂ ਉਸ ਤੋਂ ਬਾਅਦ ਰਾਜਾ ਜੌਹਰੀ ਕੋਲ ਜਾਂਦਾ। ਜੌਹਰੀ ਕੋਲ ਜਾ ਕੇ ਬੈਠਦਾ ਹੈ ਤੇ ਉਹਨੂੰ ਪੁੱਛਦਾ ਹੈ ਵੀ ਜੌਹਰੀ ਜੀ, ਆਹ ਮੇਰੇ ਕੋਲ ਆਹ ਪੱਥਰ ਹੈ, ਤੁਸੀਂ ਇਹਦੀ ਕੀਮਤ ਦੱਸਣੀ ਹੈ ਮੈਨੂੰ ਕੀ ਹੈ? ਤੇ ਜੌਹਰੀ ਕਹਿੰਦਾ, ਜੌਹਰੀ ਪਹਿਲਾਂ ਧਿਆਨ ਨਾਲ ਕੱਪੜਾ ਵਿਛਾਉਂਦਾ, ਉਹਦੇ ਉੱਪਰ ਉਹ ਪੱਥਰ ਨੂੰ ਰੱਖਦਾ ਤੇ ਉਹਦੇ ਆਸੇ-ਪਾਸੇ ਘੁੰਮਦਾ, ਦੇਖਦਾ ਧਿਆਨ ਨਾਲ ਤੇ ਰਾਜੇ ਨੂੰ ਕਹਿੰਦਾ ਰਾਜਨ, ਜੇ ਮੈਂ ਆਪਦੀ ਸਾਰੀ ਜ਼ਿੰਦਗੀ ਵੀ ਵੇਚਦਾ, ਆਪਣੇ ਆਪ ਨੂੰ ਵੇਚਦਾ, ਆਪਣੀ ਸਾਰੀ ਜ਼ਿੰਦਗੀ ਨੂੰ ਵੇਚਦਾ, ਤਾਂ ਵੀ ਇਹਦਾ ਮੁੱਲ ਨਹੀਂ ਤਾਰਿਆ ਜਾਣਾ ਮੈਥੋਂ। ਰਾਜਾ ਬੜਾ ਦੁਚਿੱਤੀ 'ਚ ਹੁੰਦਾ ਵੀ ਯਾਰ ਅਜਿਹਾ ਕੀ ਹੈ ਇਸ ਪੱਥਰ ਦੇ ਵਿੱਚ, ਹੈ ਨਾ, ਵੀ ਤੂੰ ਸਾਰਾ ਕੁਛ ਵੇਚਣ ਨੂੰ ਫਿਰਦਾ। ਤਾਂ ਰਾਜਾ ਉਹ ਪੱਥਰ ਲੈ ਕੇ ਵਾਪਸ ਫ਼ਕੀਰ ਕੋਲ ਚਲਾ ਜਾਂਦਾ। ਕਹਿੰਦਾ ਮੈਂ ਤੁਹਾਨੂੰ ਪੁੱਛਿਆ ਸੀ ਵੀ ਜ਼ਿੰਦਗੀ ਦੀ ਵੈਲਿਊ ਕੀ ਹੈ, ਜ਼ਿੰਦਗੀ ਦੀ ਕੀਮਤ ਕੀ ਆ? ਤੁਸੀਂ ਮੈਨੂੰ ਪੱਥਰ ਫੜਾਤਾ, ਕੋਈ ਕਹਿੰਦਾ ਇਹਦੀ ਕੀਮਤ 12 ਸੰਤਰੇ ਹੈ, ਕੋਈ ਕਹਿੰਦਾ ਇਹਦੀ ਕੀਮਤ ਗੱਟਾ ਆਲੂਆਂ ਦਾ, ਕੋਈ ਕਹਿੰਦਾ 50 ਲੱਖ ਮੋਹਰਾਂ, ਕੋਈ ਕਹਿੰਦਾ ਇਹਦੀ ਕੋਈ ਕੀਮਤ ਹੀ ਹੈ ਨਹੀਂ। ਤਾਂ ਮੈਨੂੰ ਸਮਝ ਨਹੀਂ ਲੱਗੀ ਵੀ ਇਹਦਾ ਜ਼ਿੰਦਗੀ ਨਾਲ ਕੀ ਮਕਸਦ? ਤਾਂ ਫ਼ਕੀਰ ਬੜੇ ਪਿਆਰ ਨਾਲ ਜਵਾਬ ਦਿੰਦਾ ਹੈ, ਬੜੇ ਹਲੀਮੀ ਨਾਲ ਜਵਾਬ ਦਿੰਦਾ ਕਿ ਰਾਜਨ ਦੇਖੋ, ਪੱਥਰ ਨਾ, ਇਹ ਜਿਹੜਾ ਪੱਥਰ ਹੈ ਇਹੀ ਆਪਣੀ ਜ਼ਿੰਦਗੀ ਹੈ। ਇਹਨੂੰ ਜੇ ਆਪਾਂ ਅਲੱਗ-ਅਲੱਗ ਲੋਕਾਂ ਕੋਲ ਲੈ ਕੇ ਜਾਵਾਂਗੇ ਨਾ, ਲੋਕਾਂ ਨੇ ਅਲੱਗ-ਅਲੱਗ ਇਹਦੀ ਕਦਰ ਪਾਉਣੀ ਹੈ, ਅਲੱਗ-ਅਲੱਗ ਕੀਮਤ ਪਾਉਣੀ ਹੈ। ਜਿਹੜੀ ਕੀਮਤ ਇਹਦੀ ਇੱਕ ਜੌਹਰੀ ਪਾ ਸਕਦਾ, ਉਹ ਸਬਜ਼ੀਆਂ ਵੇਚਣ ਵਾਲਾ ਕਦੇ ਨਹੀਂ ਪਾ ਸਕਦਾ। ਇਹ ਜ਼ਿੰਦਗੀ ਦੀ ਕੀਮਤ ਹੈ। ਵੀ ਇਨਸਾਨ ਅਲੱਗ-ਅਲੱਗ ਹੁੰਦੇ ਨੇ ਤੇ ਉਹਨਾਂ ਦੀ ਕਦਰਾਂ ਕੀਮਤਾਂ ਅਲੱਗ-ਅਲੱਗ ਹੁੰਦੀਆਂ ਨੇ। ਇਨਸਾਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ
ਕਿਸੇ ਚੀਜ਼ ਦੀ ਕੀਮਤ ਪਾਈ ਜਾਂਦੀ ਹੈ, ਤਾਂ ਉਹ ਪੱਥਰ ਅਸੀਂ ਖੁਦ ਹਾਂ। ਤੇ ਅਸੀਂ ਇਹ ਤੈਅ ਕਰਨਾ ਕਿ ਅਸੀਂ ਕਿਹਦੇ ਕੋਲ ਵਿਕਣਾ ਜਾ ਕੇ, ਅਸੀਂ ਕਿਹਦੇ ਕੋਲੋਂ ਆਪਣੀ ਕੀਮਤ ਪੁੱਛਣੀ ਹੈ, ਇਹ ਸਾਡੇ 'ਤੇ ਨਿਰਭਰ ਕਰਦਾ। ਤੇ ਅਸੀਂ ਜੇ ਹੁਣ ਸਬਜ਼ੀ ਵਾਲੇ ਨੂੰ ਪੁੱਛਣ ਲੱਗ ਜਾਾਂਗੇ ਵੀ ਸਾਨੂੰ 50 ਲੱਖ ਮੋਹਰਾਂ ਦੇ ਦੇ, ਤਾਂ ਉਹ ਨਹੀਂ ਦੇ ਪਾਊਗਾ, ਉਹਦੇ ਵੱਸ ਦਾ ਰੋਗ ਹੈ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਸ ਪੱਥਰ 'ਚ ਕਮੀ ਆ, ਤੁਹਾਡੀ ਜ਼ਿੰਦਗੀ 'ਚ ਕਮੀ ਆ। ਤੁਹਾਡੀ ਜ਼ਿੰਦਗੀ 'ਚ ਕੋਈ ਕਮੀ ਨਹੀਂ, ਸਾਹਮਣੇ ਵਾਲੇ ਦੀ ਕਦਰ ਪਰਖਣ 'ਚੋਂ ਕਮੀ ਆ, ਉਸ ਪਾਸੇ ਕਮੀ ਹੈ। ਤਾਂ ਅੱਜ ਦਾ ਜੋ ਵਿਸ਼ਾ ਹੈ ਆਪਣਾ, ਉਹ ਹੈਗਾ ਕਦਰ, ਕੀਮਤ, ਵੈਲਿਊ। ਇੱਕ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਇਸ ਸ਼ਬਦ ਦੀ। ਬੜੀਆਂ ਫਿਲੋਸੋਫੀਕਲ ਡਿਬੇਟਸ ਹੁੰਦੀਆਂ ਨੇ ਇਸ ਚੀਜ਼ ਦੇ ਉੱਤੇ। ਇੱਕ ਹੋਰ ਕਹਾਣੀ ਮੇਰੇ ਨਾ ਦਿਮਾਗ 'ਚ ਆ ਰਹੀ ਆ। ਉਹ ਨਾ, ਮੈਂ ਕਿਸੇ ਹੋਟਲ ਲੌਬੀ ਦੇ ਵਿੱਚ ਸੀਗਾ, ਮੇਰੀ ਖੁਦ ਨਾਲ ਜੁੜੀ ਹੋਈ ਹੈ ਇਹ। ਹੋਟਲ ਦੇ ਵਿੱਚ ਕੰਮ ਕਰਦਾ ਸੀ, ਹੋਟਲ ਲੌਬੀ ਦੇ ਵਿੱਚ ਸੀਗਾ, ਤੇ ਉੱਥੇ ਨਾ ਇੱਕ ਤਸਵੀਰ ਲੱਗੀ ਹੋਈ ਸੀ। ਤਸਵੀਰ ਨਾ ਪੈਨੀਜ਼ ਦੇ ਨਾਲ ਬਣਾਈ ਹੋਈ ਸੀਗੀ। ਜਾਂ ਜਿਨ੍ਹਾਂ ਨੂੰ ਨਹੀਂ ਪਤਾ ਨਾ, ਯੂਐਸ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਡਾਲਰ ਦੀ ਜਿਹੜੀ ਸਭ ਤੋਂ ਛੋਟੀ ਜਿਹੜੀ ਇਕਾਈ ਹੁੰਦੀ ਹੈ ਨਾ, ਉਹਨੂੰ ਆਪਾਂ ਪੈਨੀ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਦਸੀ, ਚਵਾਨੀ ਕਹਿ ਦਿੰਦੇ ਹਾਂ ਨਾ, ਦਸੀ। ਉਹ ਚੀਜ਼ ਹੁੰਦੀ ਹੈ, ਉਹ ਸਭ ਤੋਂ ਛੋਟੀ ਚੀਜ਼ ਹੁੰਦੀ ਹੈ। ਤਾਂ ਉਹਦੇ ਨਾਲ ਨਾ ਪੈਨੀਜ਼ ਦੇ ਨਾਲ ਅਬਰਾਹਮ ਲਿੰਕਨ ਦੀ ਤਸਵੀਰ ਬਣਾਈ ਹੋਈ ਸੀ, ਅਬਰਾਹਮ ਲਿੰਕਨ ਦੀ। ਤੇ ਸਾਡੇ ਹੋਟਲ ਦੇ ਵਿੱਚ ਲਗਾਈ ਹੋਈ ਸੀ ਉਹਨਾਂ ਨੇ। ਤਾਂ ਮੈਂ ਮੈਨੇਜਰ ਨੂੰ ਪੁੱਛਿਆ ਵੀ ਯਾਰ ਇਹਦੀ ਕੀਮਤ ਕਿੰਨੀ ਕੁ ਹੋਣੀ ਆ? ਉਹ ਕਹਿੰਦਾ ਗੈਸ ਕਰ। ਮੈਂ ਕਿਹਾ ਜੀ ਵੀ ਜਾਣੀ ਕਿ ਵੀ ਪੈਨੀਆਂ ਤਾਂ ਵੀ ਜਾਣੀ ਕਿ ਵੀ 100 ਪੈਨੀਆਂ ਦਾ $1 ਬਣਦਾ, ਇਹਦੇ ਤੇ 200-300 ਪੈਨੀਜ਼ ਮਸਾਂ ਲੱਗੀਆਂ ਹੋਣਗੀਆਂ। ਤਾਂ ਮੈਂ ਕਿਹਾ ਵੀ ਹੋਣੀ ਆ ਵੀ 1000-1200 ਦੀ ਤਾਂ ਹੋਊਗੀ। ਮੈਨੇਜਰ ਹੱਸਿਆ, ਕਹਿੰਦਾ ਯਾਰ 1000-1200 ਨਹੀਂ, ਇਹ ਪੇਂਟਿੰਗ $50,000 ਦੀ ਹੈ। ਮੈਂ ਹੈਰਾਨ, ਮੈਂ ਕਿਹਾ ਯਾਰ ਖਰਚਾ ਤੇ ਇਹਦੇ ਕੁਛ ਨਹੀਂ ਆਇਆ ਹੋਣਾ, 300 ਪੈਨੀਜ਼ ਅਗਲੇ ਨੇ ਇਕੱਠੇ ਕਰਕੇ ਲਾਤੀਆਂ, ਹੈਨਾ, ਤੇ ਖਰਚਾ ਤੇ ਇਹਦੇ ਤੇ ਕੁਛ ਨਹੀਂ, ਤਾਂ ਇੰਨੀ ਮਹਿੰਗੀ ਕਿਉਂ? ਮੈਂ ਪੁੱਛਿਆ ਆਪਣੇ ਮੈਨੇਜਰ ਨੂੰ। ਤਾਂ ਉਹ ਕਹਿੰਦਾ ਯਾਰ ਮੈਂ ਤੈਨੂੰ 300 ਪੈਨੀਜ਼ ਲਿਆ ਕੇ ਦੇ ਦਿੰਦਾ, ਤੂੰ ਇਹਦੇ ਵਰਗੀ ਚੀਜ਼ ਬਣਾ ਕੇ ਦਿਖਾ ਦੇ। ਫਿਰ ਮੈਨੂੰ ਮਹਿਸੂਸ ਹੋਇਆ ਵੀ ਯਾਰ ਹਾਂ, ਕਲਾ ਦੀ ਕਲਾ ਦੀ ਕੋਈ ਕੀਮਤ ਨਹੀਂ ਹੁੰਦੀ। ਕਲਾਕਾਰ ਨੇ ਉਹਦੇ ਪਿੱਛੇ ਕਿੰਨਾ ਆਪਣਾ ਪਸੀਨਾ ਬਹਾਇਆ, ਕਿੰਨੇ ਆਪਣੇ ਵਿਚਾਰ ਬਹਾਏ, ਉਹ ਵੱਡੀਆਂ ਚੀਜ਼ਾਂ ਹੁੰਦੀਆਂ ਨੇ, ਉਹਦੇ ਤੇ ਕੋਈ ਕੀਮਤ ਨਹੀਂ ਲਗਾ ਸਕਦਾ। ਅੱਜ ਅਸੀਂ ਉਹੀ ਪੁਆਇੰਟ ਆਫ ਵਿਊ ਤੋਂ ਗੱਲ ਕਰਨ ਜਾ ਰਹੇ ਹਾਂ, ਉਸੇ ਨਜ਼ਰੀਏ ਤੋਂ, ਇੱਕ ਕਲਾਕਾਰ ਦੇ ਨਜ਼ਰੀਏ ਤੋਂ। ਪਹਿਲੀ ਗੱਲ ਤਾਂ ਇਹ, ਕਲਾਕਾਰ ਆਪਣੇ ਪੰਜਾਬ 'ਚ ਕਹਿ ਦਿੰਦੇ ਨੇ, ਇਕੱਲੇ ਗਾਉਣ ਵਾਲਾ ਕਲਾਕਾਰ ਨਹੀਂ ਹੁੰਦਾ। ਇਕੱਲਾ ਗਾਉਣ ਵਾਲੇ ਨੂੰ ਆਪਾਂ ਕਲਾਕਾਰ ਕਹਿ ਦਿੰਦੇ ਹਾਂ ਨਾ, ਜਾਂ ਜਿਹੜਾ ਐਕਟ ਕਰਦਾ ਉਹਨੂੰ ਆਪਾਂ ਕਲਾਕਾਰ ਕਹਿ ਦਿੰਦੇ ਹਾਂ, ਨਹੀਂ। ਕਲਾਕਾਰ ਜੋ ਵੀ ਆਪਣੇ ਵਿਚਾਰ ਨੂੰ, ਜੋ ਵੀ ਉਹਦੇ ਅੰਦਰ ਚੱਲ ਰਿਹਾ, ਉਹਨੂੰ ਬਾਹਰ ਐਕਸਪ੍ਰੈਸ ਕਰ ਰਿਹਾ ਕਿਸੇ ਚੀਜ਼ ਦੇ ਜ਼ਰੀਏ, ਉਹ ਕਲਾਕਾਰ ਹੈ, ਉਹ ਆਰਟ ਹੈ। ਚਾਹੇ ਉਹ ਲਿਖਣਾ ਹੋਵੇ, ਚਾਹੇ ਉਹ ਪੇਂਟ ਕਰਨਾ ਹੋਵੇ, ਚਾਹੇ ਡਰਾ ਕਰਨਾ ਹੋਵੇ, ਚਾਹੇ ਗਾਉਣਾ ਹੋਵੇ, ਕੋਈ ਵੀ ਜਿਹੜੀ ਕਲਾ ਨਾ ਜੋ ਬੰਦਾ ਕਰ ਰਿਹਾ, ਤਾਂ ਉਹ ਕਲਾਕਾਰ ਕਹਾਉਂਦਾ। ਤਾਂ ਉਹਨਾਂ ਕਲਾਕਾਰਾਂ ਦੇ ਨਜ਼ਰੀਏ ਤੋਂ ਆਪਾਂ ਦੇਖਣਾ ਅੱਜ ਵੀ ਵੈਲਿਊ ਕੀ ਚੀਜ਼ ਹੁੰਦੀ ਹੈ। ਮੈਂ ਵੀ ਆਪਣੇ ਆਪ ਨੂੰ ਇੱਕ ਕਲਾਕਾਰ ਮੰਨਦਾ। ਬੜਾ ਸੋਚ ਸਮਝ ਕੇ ਮੈਂ ਇਹ ਵਰਡ ਆਪਣੇ ਲਈ ਚੂਜ਼ ਕੀਤਾ ਸੀ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਜੋ ਮੈਂ ਕਰ ਰਿਹਾ ਉਹ ਕਲਾ ਗਿਣੀ ਵੀ ਜਾ ਸਕਦੀ ਹੈ ਕਿ ਨਹੀਂ। ਪਰ ਥੋੜ੍ਹਾ ਟਾਈਮ ਜੋ ਤੁਸੀਂ ਇਸ ਖਿੱਤੇ ਦੇ ਵਿੱਚ ਵਿਚਾਰਦੇ ਹੋ, ਹੈ ਨਾ, ਤਾਂ ਤੁਹਾਨੂੰ ਪਤਾ ਲੱਗਦਾ ਯਾਰ ਵੀ ਹਾਂ, ਜੋ ਮੈਂ ਕਰ ਰਿਹਾ ਉਹ ਕਲਾ ਹੈ, ਤੇ ਮੈਂ ਕਲਾਕਾਰ ਹਾਂ। ਇਹੀ ਕਦਰਾਂ ਕੀਮਤਾਂ ਦੀ ਆਪਾਂ ਗੱਲ ਕਰਨੀ ਅੱਜ। ਪਹਿਲੀ ਗੱਲ ਤਾਂ ਇਹ ਵੀ ਜਦੋਂ ਮੈਂ ਛੋਟਾ ਸੀ ਨਾ, ਤਾਂ ਮੇਰੇ ਦਿਮਾਗ ਦੇ ਵਿੱਚ ਇਹ ਬੜੀ ਚੀਜ਼ ਹੁੰਦੀ ਸੀ ਯਾਰ ਵੀ ਜੇ ਸਰਕਾਰ ਨੋਟ ਛਾਪ ਰਹੀ ਹੈ, ਸਰਕਾਰ ਪੈਸੇ ਛਾਪ ਰਹੀ ਆ, ਤਾਂ ਉਹ ਕਰੋੜਾਂ ਅਰਬਾਂ ਪੈਸੇ ਕਾਹਤੋਂ ਨਹੀਂ ਛਾਪ ਦਿੰਦੀ? ਵੀ ਛਾਪਣੀ ਆ, ਪ੍ਰਿੰਟਿੰਗ ਦਾ ਕੰਮ ਹੀ ਆ, ਵੀ ਪ੍ਰਿੰਟ ਕਰ ਦਿਓ ਪੈਸੇ ਤੇ ਸਾਰਿਆਂ ਨੂੰ ਦੇ ਦਿਓ, ਤੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿਓ, ਗਰੀਬਾਂ ਨੂੰ ਉੱਪਰ ਚੱਕ ਲਓ। ਬੜਾ ਆਉਂਦਾ ਮੇਰੇ ਦਿਮਾਗ ਦੇ ਵਿੱਚ ਇਹ, ਕਿਉਂਕਿ ਇਹੀ ਤਾਂ ਸਰਕਾਰਾਂ ਵਾਅਦਾ ਕਰਦੀਆਂ ਨੇ ਨਾ, ਅਸੀਂ ਗਰੀਬਾਂ ਨੂੰ ਉੱਪਰ ਚੱਕਾਂਗੇ, ਅਸੀਂ ਇਕੁਐਲਿਟੀ ਲੈ ਕੇ ਆਵਾਂਗੇ, ਹੈ ਨਾ। ਲੈ ਆਓ ਇਕੁਐਲਿਟੀ, ਪੈਸੇ ਛਾਪ ਦਿਓ। ਪਰ ਬਾਅਦ 'ਚ ਪਤਾ ਲੱਗਿਆ ਮੈਨੂੰ ਵੈਲਿਊ ਦੀ, ਵੀ ਨਹੀਂ, ਇੱਦਾਂ ਨਹੀਂ ਹੁੰਦਾ। ਪੈਸੇ ਦੀ ਵੀ ਵੈਲਿਊ ਹੈ।
ਪੈਸਾ ਵੀ ਤਾਂ ਹੀ ਕੰਮ ਕਰਦਾ ਜੇ ਉਹਦੀ ਵੈਲਿਊ ਹੈ। ਹਰੇਕ ਜਿਹੜੀ ਨਵੀਂ ਚੀਜ਼ ਦਾ ਉਤਪਾਦਨ ਹੁੰਦਾ, ਉਸ ਹਿਸਾਬ ਦੇ ਨਾਲ ਜਿਹੜਾ ਨਵਾਂ ਪੈਸਾ ਉਹ ਛਪਦਾ ਹੈ। ਤੇ ਇਹ ਗੱਲਾਂ ਨਹੀਂ ਸੀ ਪਤਾ, ਪਰ ਹੁਣ ਉਹ ਚੀਜ਼ਾਂ ਵਿਚਾਰਨਯੋਗ ਨੇ। ਕਿਸੇ ਵੀ ਚੀਜ਼ ਦੀ ਅਵੇਲੇਬਿਲਿਟੀ, ਕਿਸੇ ਵੀ ਆਰਟਿਸਟ ਦੀ ਅਵੇਲੇਬਿਲਿਟੀ, ਆਰਟ ਦੀ ਅਵੇਲੇਬਿਲਿਟੀ, ਇਹ ਬੜਾ ਨਿਰਧਾਰਿਤ ਕਰਦੀ ਹੈ। ਆਪਾਂ ਕਈ ਸਿੰਗਰ ਇੱਦਾਂ ਦੇ ਦੇਖੇ ਹੋਣਗੇ ਨਾ, ਵੀ ਯਾਰ ਆਪਾਂ ਕਹਿ ਦਿੰਦੇ ਯਾਰ ਇਹ ਤਾਂ ਰੋਜ਼ ਹੀ ਗੀਤ ਜਿਹਾ ਆ ਜਾਂਦਾ। ਇਹ ਤਾਂ ਰੋਜ਼ ਹੀ ਆਹ ਕੁਛ ਕਰੀ ਜਾਂਦਾ, ਹਨਾ? ਉਹਨਾਂ 'ਚੋਂ ਮੈਂ ਵੀ ਹਾਂ ਨਾ। ਉਹਨਾਂ ਵਿੱਚੋਂ ਮੈਂ ਵੀ ਹਾਂ ਨਾ, ਵੀ ਰੋਜ਼ ਹੀ ਨਜ਼ਮਾਂ ਪਾ ਦਿੰਦਾ। ਚਲੋ ਵੱਖਰਾ ਟੌਪਿਕ ਹੈ, ਪਰ ਹਾਂ, ਵੀ ਆਪਾਂ ਕਹਿ ਦਿੰਦੇ ਵੀ ਰੋਜ਼ ਹੀ ਕਰੀ ਜਾਂਦਾ ਯਾਰ, ਉਹਦੀ ਵੈਲਿਊ ਘੱਟਦੀ ਜਾਂਦੀ ਹੈ। ਜੇ ਆਪਾਂ ਨਾ ਜੇ ਕਹਿੰਦੇ ਉਹ ਸਰਤਾਜ ਨੇ ਨਹੀਂ ਕਿਹਾ ਸੀ ਵੀ ਜੇ ਰੋਜ਼ ਹੀ ਜੇ ਜਾ ਕੇ ਡੇਰਾ ਲਾ ਲਈ, ਇੱਜ਼ਤ ਹੁਣ ਘੱਟ ਜਾਂਦੀ ਹੈ ਨਾ, ਉਹੀ ਹੈ ਵੀ ਜੇ ਅਵੇਲੇਬਿਲਿਟੀ ਜ਼ਿਆਦਾ ਹੋਵੇ ਕਿਸੇ ਚੀਜ਼ ਦੀ ਨਾ, ਤਾਂ ਉਹਦੀ ਰੀਅਲ ਵੈਲਿਊ ਹੈ ਜਿਹੜੀ ਉਹ ਡਿਫਰ ਹੋਣ ਲੱਗ ਜਾਂਦੀ ਹੈ, ਘੱਟ ਹੋਣ ਲੱਗ ਜਾਂਦੀ ਹੈ। ਪਰ ਜੇ ਉਹੀ ਚੀਜ਼ ਇੱਕ ਵਕਫੇ ਤੋਂ ਬਾਅਦ, ਇੱਕ ਅੰਤਰਾਲ ਤੋਂ ਬਾਅਦ ਕੀਤੀ ਜਾਵੇ, ਆਪਾਂ ਨੂੰ ਪਤਾ ਹੀ ਨਾ ਹੋਵੇ ਯਾਰ ਵੀ ਇਹ ਚੀਜ਼ ਕਦੋਂ ਆਉਣੀ ਹੈ, ਹਨਾ? ਉਹਦੀ ਅਵੇਲੇਬਿਲਿਟੀ ਘੱਟ ਹੋਵੇ, ਉਹ ਮਾਰਕੀਟ ਦੇ ਵਿੱਚ ਘੱਟ ਹੋਵੇ। ਹੁਣ ਜਿਹੜੇ ਇੱਕ ਹਾਲੀਵੁੱਡ ਦੇ ਨਾ ਸਭ ਤੋਂ ਵੱਡੇ ਜਿਹੜੇ ਅਦਾਕਾਰਾਂ ਦੇ ਵਿੱਚੋਂ ਇੱਕ ਨੇ, ਡੈਨਜ਼ਲ ਵਾਸ਼ਿੰਗਟਨ ਹੁਣੀ। ਉਹ ਕੀ ਕਰਦੇ, ਉਹ ਕੋਈ ਆਪਣੀ ਪ੍ਰਮੋਸ਼ਨ ਵਗੈਰਾ ਨਹੀਂ ਕਰਦੇ, ਠੀਕ ਹੈ? ਉਹ ਸਿਰਫ ਆਪਣੀ ਫਿਲਮ ਦੇ ਵਿੱਚ ਆਉਂਦੇ ਆ, ਤੇ ਉਸ ਫਿਲਮ ਦੀ ਉਡੀਕ ਦੇ ਲਈ ਲੋਕ ਲੱਖਾਂ ਕਰੋੜਾਂ ਪੈਸਾ ਖਰਚਣ ਨੂੰ ਤਿਆਰ ਨੇ। ਕੋਈ ਵੀ ਸਬਸਕ੍ਰਿਪਸ਼ਨ ਲੈਣ ਨੂੰ ਤਿਆਰ ਨਹੀਂ, ਬਸ ਉਹਦੀ ਫਿਲਮ ਆਵੇ ਤਾਂ ਅਸੀਂ ਦੇਖਣੀ ਹੀ ਦੇਖਣੀ ਹੈ। ਉਹਦੀ ਫਿਲਮ ਆਵੇ ਤਾਂ ਬਸ ਅਸੀਂ ਦੇਖਣੀ ਹੈ। ਇਹ ਚੀਜ਼ ਦਿਖਾਉਂਦੀ ਹੈ, ਇਹ ਚੀਜ਼ ਅਵੇਲੇਬਿਲਿਟੀ ਦਿਖਾਉਂਦੀ ਹੈ, ਵੀ ਜੇ ਕਿਸੇ ਚੀਜ਼ ਦੀ ਅਵੇਲੇਬਿਲਿਟੀ ਜ਼ਿਆਦਾ ਹੈ, ਤਾਂ ਉਹ ਆਟੋਮੈਟਿਕਲੀ ਇੱਦਾਂ ਕੰਸੀਡਰ ਕੀਤੀ ਜਾਂਦੀ ਹੈ ਵੀ ਜਿਹੜੀ ਉਹਦੀ ਕੀਮਤ ਆ ਉਹ ਘੱਟ ਹੋਊਗੀ। ਮਾਫ਼ੀ ਚਾਹੁੰਦਾ ਮੈਂ ਇਸ ਦੇ ਲਈ। ਤਾਂ ਇੱਕ ਹੋਰ ਕਲਾਕਾਰ ਨੇ, ਡੇਨੀਅਲ ਡੇ ਲੂਇਸ। ਉਹ ਆਪਣੀ ਜ਼ਿੰਦਗੀ ਦੇ ਵਿੱਚ 4 ਆਸਕਰ ਜਿੱਤ ਚੁੱਕੇ ਆ। ਉਹ ਉਹਨਾਂ ਦਾ ਜਿਹੜਾ ਕੰਮ ਆ ਨਾ, ਉਹ ਐਕਟਿੰਗ ਦਾ ਨਹੀਂ ਆ। ਹਾਲਾਂਕਿ ਬੈਸਟ ਐਕਟਰ ਨੇ ਦੁਨੀਆ ਦੇ, ਪਰ ਉਹਨਾਂ ਦਾ ਕੰਮ ਐਕਟਿੰਗ ਦਾ ਨਹੀਂ ਆ। ਉਹ ਕੀ ਕਰਦੇ ਨੇ, ਆਪਣੇ ਵਿਲੇਜ ਦੇ ਵਿੱਚ ਜਾ ਕੇ, ਆਪਣੇ ਪਿੰਡ ਦੇ ਵਿੱਚ ਵਾਪਸ ਜਾ ਕੇ, ਉੱਥੇ ਉਹ ਸ਼ੂਜ਼ ਬਣਾਉਂਦੇ ਆ, ਹੱਥੀਂ ਸ਼ੂਜ਼ ਬਣਾਉਂਦੇ ਨੇ। ਕੋਈ ਪੈਸੇ ਦੀ ਕਮੀ ਨਹੀਂ, ਕੋਈ ਸ਼ੋਹਰਤ ਦੀ ਕਮੀ ਨਹੀਂ, ਪਰ ਫਿਰ ਵੀ ਸ਼ੂਜ਼ ਬਣਾਉਂਦੇ ਨੇ। ਤੇ ਜਦੋਂ ਉਹ ਵਾਪਸ ਆਉਂਦੇ ਨੇ ਨਾ ਸਕਰੀਨ ਦੇ ਉੱਤੇ, ਤਾਂ ਲੋਕਾਂ ਦਾ ਹਜੂਮ ਲੱਗ ਜਾਂਦਾ ਉਹਨਾਂ ਨੂੰ ਦੇਖਣ ਦਾ। ਇਹੀ ਚੀਜ਼ ਆ ਸ਼ਾਇਦ ਆਰਟ ਦੀ ਵੈਲਿਊ ਦੀ, ਵੀ ਤੁਸੀਂ ਜੋ ਵੀ ਕਰੋ, ਪੂਰਾ 100% ਦੇ ਕੇ ਕਰੋ। ਤੇ ਇਹ ਚੀਜ਼ ਦੇ ਉੱਪਰ ਧਿਆਨ ਨਾ ਦਿਓ ਵੀ ਤੁਸੀਂ ਕਿੰਨਾ ਜਲਦੀ ਉਹ ਚੀਜ਼ ਨੂੰ ਕਰ ਰਹੇ ਹੋ। ਇਹ ਚੀਜ਼ 'ਤੇ ਧਿਆਨ ਦਿਓ ਕਿ ਤੁਸੀਂ ਕਿੰਨਾ ਉਹਦੇ ਉੱਪਰ ਮਿਹਨਤ ਕਰ ਰਹੇ ਹੋ, ਕਿੰਨਾ ਤੁਹਾਨੂੰ ਸੈਲਫ ਸੈਟਿਸਫੈਕਸ਼ਨ ਉਸ ਚੀਜ਼ ਤੋਂ ਮਿਲ ਰਹੀ ਹੈ। ਬਾਕੀ ਜਿਹੜੀ ਵੈਲਿਊ ਹੁੰਦੀ ਹੈ ਨਾ, ਵੈਲਿਊ ਐਫਰਟ ਦੇ ਵਿੱਚ ਲੁਕੀ ਹੋਈ ਹੁੰਦੀ ਹੈ। ਤੁਸੀਂ ਕਿੰਨੀ ਸ਼ਿੱਦਤ ਨਾਲ ਉਹ ਚੀਜ਼ ਕਰ ਰਹੇ ਹੋ, ਉਸ ਚੀਜ਼ ਦੇ ਵਿੱਚ ਲੁਕੀ ਹੁੰਦੀ ਹੈ ਵੈਲਿਊ, ਆਰਟ ਦੀ ਵੈਲਿਊ। ਇੱਕ ਮਹਾਭਾਰਤ ਦੀ ਬਹੁਤ ਖੂਬਸੂਰਤ ਕਹਾਣੀ ਹੈ, ਜਿਹਦੇ ਨਾਲ ਮੈਂ ਬੜਾ ਮੁਤਾਸਰ ਹੋਇਆ ਜਿਹਦੇ ਤੋਂ, ਤੇ ਮੈਂ ਅਕਸਰ ਉਹ ਕਹਾਣੀ ਆਪਣੇ ਦੋਸਤਾਂ ਨੂੰ ਸੁਣਾਉਂਦਾ ਹੁੰਦਾ। ਜਦੋਂ ਮਹਾਭਾਰਤ ਦਾ ਯੁੱਧ ਹੋ ਰਿਹਾ ਸੀ ਨਾ, ਤਾਂ ਅਰਜੁਨ ਤੇ ਕਰਨ ਇੱਕ ਦੂਜੇ ਨਾਲ ਲੜ ਰਹੇ ਸੀ। ਜਦੋਂ ਅਰਜੁਨ ਤੀਰ ਮਾਰਿਆ ਕਰੇ, ਤਾਂ ਕਰਨ ਦਾ ਜਿਹੜਾ ਰਥ ਸੀ ਉਹ 10 ਹੱਥ 10 ਗਜ ਦੂਰ ਜਾ ਕੇ ਡਿੱਗਿਆ ਕਰੇ, ਤੇ ਜਦੋਂ ਕਰਨ ਤੀਰ ਮਾਰਿਆ ਕਰੇ ਤਾਂ ਅਰਜੁਨ ਦਾ ਰਥ 2-3 ਕੁ ਗਜ ਮਸਾਂ ਪਿੱਛੇ ਜਾਇਆ ਕਰੇ। ਜਦੋਂ ਬਾਰ-ਬਾਰ ਇਹ ਹੁੰਦਾ ਚੀਜ਼ ਦੇਖਦਾ, ਤਾਂ ਜਿਹੜਾ ਅਰਜੁਨ ਆ ਨਾ, ਉਹ ਥੋੜ੍ਹਾ ਜਿਹਾ ਗੁਮਾਨ 'ਚ ਆ ਕੇ ਉਹਨੂੰ ਕਹਿੰਦਾ, ਸ਼੍ਰੀ ਕ੍ਰਿਸ਼ਨ ਨੂੰ ਕਹਿੰਦਾ ਦੇਖਿਆ ਵਾਸੁਦੇਵ, ਜਦੋਂ ਤਾਂ ਮੈਂ ਤੀਰ ਮਾਰਦਾ, ਉਦੋਂ ਉਹਦਾ ਜਿਹੜਾ ਰਥ ਆ ਉਹ 10 ਗਜ ਦੂਰ ਜਾਂਦਾ। ਜਦੋਂ ਉਹ ਤੀਰ ਮਾਰਦਾ, ਮੇਰਾ ਮਸਾਂ ਹੀ ਹਿੱਲਦਾ ਹੈ ਰਥ। ਤਾਂ ਅਰਜੁਨ ਦਾ ਗੁਮਾਨ ਤੋੜਨ ਦੇ ਲਈ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਕਿ ਪਾਰਥ ਦੇਖ, ਤੇਰੇ ਰਥ ਦੇ ਉੱਤੇ ਸ਼੍ਰੀ ਹਨੂਮਾਨ ਜੀ ਖੁਦ ਬੈਠੇ ਆ, ਤੇ ਤੇਰਾ ਸਾਰਥੀ ਬਣ ਕੇ
ਦੁਨੀਆ ਦਾ ਭਗਵਾਨ, ਇਹ ਦੁਨੀਆ ਮੈਂ ਬਣਾਈ ਆ, ਮੈਂ ਨਿਰੰਕਾਰ ਹਾਂ, ਮੈਂ ਤੈਨੂੰ ਆਪਦਾ ਵਿਰਾਟ ਰੂਪ ਦਿਖਾ ਚੁੱਕਿਆ। ਜਿਸ ਜਿਸਨੇ ਜਿਸ ਰੱਬ ਨੇ ਸਾਰੀ ਦੁਨੀਆ ਬਣਾਈ ਆ, ਉਹ ਆਪ ਤੇਰਾ ਸਾਰਥੀ ਬਣ ਕੇ ਮੂਹਰੇ ਬੈਠਾ ਤੇਰੇ ਨਾਲ, ਤੇ ਹਨੂਮਾਨ ਤੇਰੇ ਸਿਰ ਤੇ ਬੈਠਾ। ਜੇ ਸਾਡੇ ਦੋਨਾਂ ਦੇ ਹੁੰਦਿਆਂ ਦੇ ਬਾਵਜੂਦ ਵੀ ਉਹ ਇੱਕ ਹੱਥ, ਦੋ ਹੱਥ ਤੇਰਾ ਰੱਥ ਦੂਰ ਤੱਕ ਰਿਹਾ, ਤਾਂ ਮੈਂ ਕਰਨ ਨੂੰ ਮਹਾਨ ਕਹਿਣਾ। ਇਹ ਕਹਾਣੀ ਹੈ ਐਫਰਟ ਦੀ। ਇਹ ਜ਼ਰੂਰੀ ਨਹੀਂ ਕਿ ਸਾਹਮਣੇ ਵਾਲੀ ਚੀਜ਼ ਕਿੰਨੀ ਕੁ ਬਲਸ਼ਾਲੀ ਹੈ, ਕਿੰਨੀ ਕੁ ਤੁਹਾਡੀ ਪਹੁੰਚ ਤੋਂ ਬਾਹਰ ਵਾਲੀ ਆ। ਇਹ ਚੀਜ਼ ਮੈਟਰ ਨਹੀਂ ਕਰਦੀ। ਮੈਟਰ ਇਹ ਕਰਦੀ ਹੈ ਤੁਹਾਡਾ ਐਫਰਟ ਕਿੰਨਾ। ਉਹ ਚੀਜ਼ ਕਿੰਨੀ ਕੁ ਹਿੱਲਦੀ ਆ, ਇਹਦੇ ਉੱਪਰ ਨਾ ਜਾਓ। ਤੁਹਾਨੂੰ ਕਿੰਨੀ ਕੁ ਵੈਲਿਊ ਮਿਲ ਰਹੀ ਆ ਆਰਟ ਦੀ ਤੁਹਾਡੀ ਦੀ, ਇਹਦੇ ਉੱਪਰ ਨਾ ਜਾਓ। ਕਿਉਂਕਿ ਦੁਨੀਆ ਬੜੀ ਕਰੂਅਲ ਆ ਯਾਰ। ਦੁਨੀਆ ਆਪਣੇ ਆਪ ਦੇ ਵਿੱਚ ਉਲਝੀ ਹੋਈ ਆ। ਤੁਸੀਂ ਕਹਿੰਦੇ ਹੋ, ਆਪਾਂ ਕਹਿੰਦੇ ਨਾ ਵੀ ਲੋਕ ਕਹਿੰਦੇ ਮੇਰੇ ਇੰਨੇ ਮਿਲੀਅਨ ਫਾਲੋਅਰ ਨੇ, ਇੰਨੇ ਮਿਲੀਅਨ ਮੇਰੇ ਆਹਾ ਨੇ। ਉਹਨਾਂ ਮਿਲੀਅਨ ਫਾਲੋਅਰਸ ਦੇ ਵਿੱਚੋਂ ਜਿਹੜੇ ਉਹਨਾਂ ਦੇ ਰੀਅਲ ਸਪੋਰਟਰ ਹੋਣਗੇ ਨਾ, ਉਹ 2% ਵੀ ਨਹੀਂ ਹੋਣੇ ਜਿਹੜੇ ਅਸਲੀ ਸਪੋਰਟਰ ਹੁੰਦੇ ਆ। ਬਾਕੀ ਸਾਰੇ ਆਪਦੇ ਐਂਟਰਟੇਨਮੈਂਟ ਲਈ ਉੱਥੇ ਆਏ ਹੋਏ ਨੇ। ਯਾਦ ਰੱਖਿਓ ਇਹ ਗੱਲ ਨੂੰ। ਦੁਨੀਆ ਬੜੀ ਕਰੂਅਲ ਆ। ਉਹ ਆਪਣੇ ਐਂਟਰਟੇਨਮੈਂਟ ਲਈ ਥੋੜ੍ਹੀ ਜਿਹੀ ਇੰਟਰਸਟਿਡ ਆ ਵੀ ਹਾਂ, ਇਹ ਬੰਦਾ ਮੈਨੂੰ ਐਂਟਰਟੇਨ ਕਰ ਰਿਹਾ ਤਾਂ ਮੈਂ ਦੇਖ ਰਿਹਾ ਇਹਨੂੰ। ਤੁਸੀਂ ਕੋਈ ਚੀਜ਼ ਕਿੰਨੀ ਸ਼ਿੱਦਤ ਨਾਲ ਕਰ ਰਹੇ ਹੋ, ਤੁਸੀਂ ਕਿੰਨਾ ਕਿੰਨਾ ਉਹਦੇ ਉੱਪਰ ਆਪਣਾ ਸਮਾਂ ਲਾ ਰਹੇ ਹੋ, ਆਪਣੇ ਸੰਸਾਧਨ ਲਾ ਰਹੇ ਹੋ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਪੈਂਦਾ ਸਿਰਫ ਇੰਨਾ ਕਿ ਉਹਨਾਂ ਨੂੰ ਉਹ ਮਿਲ ਰਿਹਾ ਜੋ ਉਹ ਚਾਹੁੰਦੇ ਨੇ। ਤਾਂ ਇਹ ਉਮੀਦ ਨਹੀਂ ਰੱਖਣੀ ਆਡੀਅנס ਤੋਂ ਵੀ ਉਹ ਤੁਹਾਡੀ ਵੈਲਿਊ ਪਾਉਣਗੇ, ਕਦਰ ਪਾਉਣਗੇ। ਕਦਰ ਤੁਹਾਡਾ ਸਿਰਫ ਆਪਣਾ ਆਪ ਪਾ ਸਕਦਾ ਤੁਹਾਡੀ ਆਰਟ ਦੀ। ਜਦੋਂ ਤੁਸੀਂ ਕੋਈ ਚੀਜ਼ ਲਿਖਦੇ ਹੋ, ਲਿਖਣਾ ਸ਼ੁਰੂ ਕਰਦੇ ਹੋ, ਤੁਹਾਡੇ ਦਿਲ ਨੂੰ ਇਹ ਆਵਾਜ਼ ਆਉਂਦੀ ਵੀ ਯਾਰ ਹਾਂ, ਮੈਂ ਕੁਛ ਚੰਗਾ ਲਿਖਿਆ, ਮੈਂ ਪਿਛਲੇ ਨਾਲੋਂ ਬਿਹਤਰ ਲਿਖਿਆ। ਫੇਰ ਹੀ ਉਹਨੂੰ ਅੱਗੇ ਪੋਸਟ ਕਰੋ। ਤੁਸੀਂ ਕਿਸੇ ਰਾਗ ਦਾ ਰਿਆਜ਼ ਕਰਦੇ ਹੋ, ਤਾਂ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਇਹ 'ਚ ਪਰਪੱਕ ਹੋ ਰਹੇ ਹੋ ਪਿਛਲੇ ਰਿਆਜ਼ ਨਾਲੋਂ। ਅੱਗੇ ਵਧ ਰਹੇ ਹੋ ਤੁਸੀਂ। ਇਟਸ ਆਲ ਅਬਾਊਟ ਸੈਲਫ ਇੰਪਰੂਵਮੈਂਟ। ਵੈਲਿਊ ਇਜ਼ ਇਨ ਇਟਸੈਲਫ ਇਨ ਦੀ ਆਰਟ। ਆਰਟ ਦੇ ਵਿੱਚ ਖੁਦ ਦੇ ਵਿੱਚ ਹੈ ਕਦਰ, ਖੁਦ ਦੇ ਵਿੱਚ ਕੀਮਤ ਆਰਟ ਦੀ। ਜਦੋਂ ਮੈਂ ਦੇਖਦਾ, ਜਦੋਂ ਮੈਂ ਲਿਖਣ ਬਹਿਨਾ, ਤਾਂ ਮੇਰੇ ਅੱਗੇ ਨਾ ਖਾਲੀ ਪੇਜ ਹੁੰਦਾ। ਖਾਲੀ ਪੇਜ ਹੁੰਦਾ, ਇੱਕ ਪੈਨ ਹੁੰਦਾ ਤੇ ਮੈਂ ਹੁੰਨਾ। ਉਸ ਖਾਲੀ ਪੇਜ ਤੋਂ ਮੈਨੂੰ ਇੰਨਾ ਜ਼ਿਆਦੇ ਡਰ ਲੱਗਦਾ ਨਾ, ਇੰਨਾ ਜ਼ਿਆਦੇ ਡਰ ਲੱਗਦਾ। ਮੈਨੂੰ ਨਹੀਂ ਪਤਾ ਮੈਂ ਉਸ ਕਾਗਜ਼ ਨੂੰ ਕਿਵੇਂ ਭਰ ਦਿੰਨਾ ਸ਼ਾਮ ਮੁੱਕਦੇ-ਮੁੱਕਦੇ। ਪਰ ਉਹ ਡਰ ਹੈ ਵੀ ਯਾਰ ਮੇਰੇ ਤੋਂ ਨਹੀਂ ਲਿਖਿਆ ਜਾਣਾ। ਮੈਨੂੰ ਨਹੀਂ ਲੱਗਦਾ ਮੈਂ ਲਿਖ ਪਾਊਂਗਾ ਕਿ ਨਹੀਂ। ਉਹ ਡਰ ਹੈ। ਉਸ ਡਰ ਨੂੰ ਮੈਂ ਕਿਵੇਂ ਰੋਜ਼ ਜਿੱਤਦਾ ਆਪਣੇ ਐਫਰਟਸ ਦੇ ਨਾਲ। ਉਹ ਮੇਰੀ ਵੈਲਿਊ ਹੈ, ਉਹ ਮੇਰੀ ਕੀਮਤ ਹੈ। ਮੈਂ ਕਿਸੇ ਦੇ ਉੱਪਰ ਨਿਰਭਰ ਨਹੀਂ ਹਾਂ ਕਿ ਕੋਈ ਮੈਨੂੰ ਮੇਰੀ ਕੀਮਤ ਆ ਕੇ ਦੱਸੇ। ਮੈਨੂੰ ਮੇਰੇ ਜੌਹਰੀ ਮਿਲ ਜਾਣਗੇ। ਮੈਂ ਸਬਜ਼ੀਆਂ ਵੇਚਣ ਵਾਲਿਆਂ ਤੋਂ ਆਪਣੇ ਪੱਥਰ ਦੀ ਕੀਮਤ ਨਹੀਂ ਲਵਾਉਣੀ ਚਾਹੁੰਦਾ। ਤਾਂ ਇਸ ਐਪੀਸੋਡ ਦਾ ਮਕਸਦ ਮੇਰਾ ਇਹੀ ਸੀ ਕਿ ਜੋ ਵੀ ਕਲਾ ਨੂੰ ਪਰਸਿਊ ਕਰ ਰਹੇ ਆ ਜਾਂ ਕਲਾ ਕਰ ਰਹੇ ਆ, ਤੁਸੀਂ ਜਿਸ ਵੀ ਹਿਸਾਬ ਦੀ ਕਲਾ ਕਰ ਰਹੇ ਹੋ, ਮੇਰੀ ਦਰਖਾਸਤ ਹੈ ਤੁਹਾਨੂੰ, ਫਾਲੋਅਰਸ ਪਿੱਛੇ ਨਾ ਭੱਜੋ, ਸ਼ੋਹਰਤ ਪਿੱਛੇ ਨਾ ਭੱਜੋ, ਆਪਣੀ ਸੈਲਫ ਐਕਸੀਲੈਂਸ ਦੇ ਪਿੱਛੇ ਭੱਜੋ ਬਸ। ਵਿਸ਼ਵਾਸ ਨਾਲ, ਇਰਾਦੇ ਨਾਲ ਇਹ ਚੀਜ਼ ਆਪਾਂ ਕਰਨੀ ਹੈ। ਤਾਂ ਡੋਮੀਨੈਂਟ ਹੋ ਕੇ, ਭਾਰੀ ਪੈ ਕੇ ਆਰਟ ਨੂੰ ਆਪਾਂ ਕਰਨਾ, ਡਰ ਕੇ ਨਹੀਂ ਕਰਨਾ। ਉਸ ਡਰ ਨੂੰ ਆਪਾਂ ਜਿੱਤਣਾ ਬਸ। ਖੈਰ, ਉਮੀਦ ਕਰਦਾ ਵੀ ਤੁਸੀਂ ਕੁਛ ਨਾ ਕੁਛ ਸਿੱਖਿਆ ਹੋਊਗਾ ਇਸ ਪੋਡਕਾਸਟ ਦੇ ਐਪੀਸੋਡ ਦੇ ਵਿੱਚੋਂ। ਫਿਲਹਾਲ ਸ਼ੁਰੂਆਤ ਹੈ, ਆਪਾਂ ਛੋਟੇ-ਛੋਟੇ ਐਪੀਸੋਡ ਰੱਖਣੇ ਆ ਤੇ ਮੈਂ ਉਮੀਦ ਕਰਦਾ ਕਿ
ਨਵੇਂ ਗੈਸਟ ਹੋਣ ਅਤੇ ਨਵੇਂ ਹੋਰ ਟੋਪਿਕ ਹੋਣ ਆਪਣੇ, ਜਿਨ੍ਹਾਂ ਦੇ ਉੱਪਰ ਆਪਾਂ ਗੱਲ ਕਰ ਸਕੀਏ ਖੁੱਲ੍ਹ ਕੇ, ਹੈ ਨਾ। ਅਤੇ ਤੁਹਾਡੇ ਸਵਾਲ ਜਵਾਬ ਹੋਣ ਤਾਂ ਮੈਂ ਉਹਨਾਂ ਨੂੰ ਡਿਸਕਸ ਕਰ ਸਕਾਂ। ਜੇ ਤੁਹਾਡੇ 'ਚ ਕੋਈ ਮੇਰੇ ਨਾਲ ਪੋਡਕਾਸਟ 'ਤੇ ਆਉਣਾ ਚਾਹੁੰਦਾ, ਤੁਸੀਂ ਮੇਰੇ ਨਾਲ, ਮੈਂ ਇੰਸਟਾਗ੍ਰਾਮ ਦਾ ਲਿੰਕ ਪਾ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ, ਤਾਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਅਤੇ ਆਪਾਂ ਪੋਡਕਾਸਟ 'ਤੇ ਆ ਸਕਦੇ ਹਾਂ। ਤਾਂ ਜੋ ਵੀ ਤੁਹਾਡੇ ਵਿਚਾਰ ਹੋਣ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਮੈਂ ਸੁਣਨਾ ਪਸੰਦ ਕਰੂੰਗਾ ਅਤੇ ਆਪਾਂ ਹੋਰ ਬਿਹਤਰੀਨ ਤਰੀਕੇ ਨਾਲ ਇਹਨੂੰ ਆਪਾਂ ਡਿਸਕਸ ਕਰੀਏ, ਅੱਗੇ ਵਧਾਈਏ, ਤਾਂ ਜੋ, ਕਿਉਂਕਿ ਮੈਂ ਦੇਖਦਾ ਆਪਣੇ ਆਪਣੇ ਸਮਾਜ 'ਚ ਨਾ ਕੋਈ ਸੋਚਣ ਨੂੰ ਤਿਆਰ ਨਹੀਂ ਆ। ਕੋਈ ਡੂੰਘਾਈ 'ਚ ਜਾਣਾ ਹੀ ਨਹੀਂ ਚਾਹੁੰਦਾ, ਕਿ ਕੋਈ ਗੱਲ ਦੀ ਡੂੰਘਾਈ 'ਚ ਜਾਣਾ ਹੀ ਨਹੀਂ ਚਾਹੁੰਦਾ। ਅਤੇ ਮੈਂ ਚਾਹੁੰਦਾ ਵੀ ਆਪਾਂ ਡੂੰਘਾਈ 'ਚ ਰਹਿ ਕੇ ਸੋਚੀਏ ਵਿਚਾਰਾਂ ਨੂੰ, ਤਾਂ ਹੀ ਸ਼ਾਇਦ ਆਪਣੀ ਜਿਹੜੀ ਸਮਾਜ ਆ ਉਹ ਅੱਗੇ ਵੱਧ ਸਕਦਾ। ਨਹੀਂ ਤਾਂ ਆਪਾਂ ਇੱਦਾਂ ਹੀ ਵੰਡੇ ਰਹਿ ਜਾਣਾ ਬਸ। ਜਿਵੇਂ ਸਰਕਾਰਾਂ ਵੰਡੀ ਜਾਂਦੀਆਂ ਨੇ, ਆਪਾਂ ਉਵੇਂ ਵੰਡੇ ਜਾਣਾ। ਤਾਂ ਮੈਂ ਚਾਹੁੰਦਾ ਆਪਾਂ ਹਰੇਕ ਟੋਪਿਕ ਨੂੰ ਇੱਦਾਂ ਗੰਭੀਰਤਾ ਦੇ ਨਾਲ, ਡੂੰਘਾਈ ਦੇ ਨਾਲ, ਹਲੀਮੀ ਦੇ ਨਾਲ ਡਿਸਕਸ ਕਰੀਏ, ਵਿਚਾਰੀਏ, ਤਾਂ ਜੋ ਆਪਾਂ ਨਵੀਆਂ ਉਚਾਈਆਂ ਨੂੰ ਪਹੁੰਚ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 20-25 ਮਿੰਟ ਬਹੁਤ ਹੁੰਦੇ ਆ ਜੇ ਤੁਸੀਂ ਕਿਸੇ ਲਈ ਕੱਢ ਰਹੇ ਹੋ। ਤੁਸੀਂ ਮੇਰੇ ਲਈ ਕੱਢੇ, ਮੈਂ ਤੁਹਾਡਾ ਦੇਣਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ। ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ।